ਜ਼ਿੰਦਗੀ ਦੇ ਵਿੱਚ ਕਈ ਇਨਸਾਨ ਆਪਣੀ ਅਜਿਹੀ ਭੂਮਿਕਾ ਅਦਾ ਕਰ ਜਾਂਦੇ ਨੇ ਜੋ ਇਨਸਾਨੀਅਤ ਦੇ ਨਾਮ ਦੇ ਉੱਤੇ ਇੱਕ ਬਹੁਤ ਵੱਡਾ ਇੱਕ ਮਿਸਾਲ ਪੈਦਾ ਕਰਦੇ ਨੇ। ਆਪਣੀ ਪੂਰੀ ਉਮਰ, ਕਾਫੀ ਲੰਬਾ ਉਮਰ ਦਾ ਹਿੱਸਾ ਇੱਕ ਪਾਰਟੀ ਨੂੰ ਸਮਰਪਿਤ ਕਰ ਦੇਣਾ। ਇਹਨਾਂ ਵਿੱਚੋਂ ਇੱਕ ਇਨਸਾਨ ਨੇ ਬਖਸ਼ੀ ਰਾਮ ਅਰੋੜਾ ਜੀ, ਜਿਹੜੇ ਸ਼ਹਿਰ ਦੀ ਸੇਵਾਵਾਂ ਨੂੰ ਲੈ ਕੇ ਹਮੇਸ਼ਾ ਤਿਆਰ ਰਹਿੰਦੇ ਨੇ। ਜਿੱਥੇ ਉਹ ਸ਼ਹਿਰ ਨੂੰ ਲੈ ਕੇ ਐਕਟਿਵ ਰਹਿੰਦੇ ਨੇ, ਉੱਥੇ ਉਹਨਾਂ ਨੇ ਪਾਰਟੀ ਦੇ ਪ੍ਰਤੀ ਵੀ ਔਰ ਆਰਐਸਐਸ ਦੇ ਪ੍ਰਤੀ ਵੀ ਉਹਨਾਂ ਦੀ ਚੰਗੀਆਂ ਸੇਵਾਵਾਂ ਦੇ ਕਰਕੇ ਪਾਰਟੀ ਦੇ ਵਿੱਚ ਉਹਨਾਂ ਦਾ ਨਾਮ ਸਨਮਾਨ ਵਜੋਂ ਲਿਆ ਜਾਂਦਾ ਹੈ। ਮੇਅਰ ਦੀ ਸੇਵਾ ਵੀ ਉਹ ਨਿਭਾ ਚੁੱਕੇ ਨੇ। ਉਸ ਤੋਂ ਬਾਅਦ 4 ਵਾਰੀ ਲਗਾਤਾਰ ਆਪਣੇ ਇੱਕੋ ਹੀ ਇਲਾਕੇ ਦੇ ਵਿੱਚੋਂ ਕੌਂਸਲਰ ਜਿੱਤਣ ਦਾ ਸਨਮਾਨ ਵੀ ਉਹਨਾਂ ਨੂੰ ਮਿਲ ਚੁੱਕਾ ਹੈ। ਆਪਾਂ ਅੱਜ ਗੱਲ ਕਰਾਂਗੇ ਬਖਸ਼ੀ ਰਾਮ ਅਰੋੜਾ ਜੀ ਦੇ ਨਾਲ। ਹਾਂਜੀ ਸਰ, ਥੋੜ੍ਹਾ ਜਿਹਾ ਤੁਸੀਂ ਆਪਣੀ ਲਾਈਫ ਬਾਰੇ ਚਾਨਣਾ ਪਾਇਓ ਜੀ। ਮੇਰੀ ਪੋਲੀਟੀਕਲ ਲਾਈਫ ਤਾਂ ਬਹੁਤ ਲੰਬੀ ਹੈ। 54 ਦੇ ਵਿੱਚ ਮੈਂ ਪਾਰਟੀ ਜੁਆਇਨ ਕੀਤੀ ਸੀ ਔਰ 57 'ਚ ਮੈਂ ਵਾਰਡ ਦਾ ਪ੍ਰਧਾਨ ਬਣ ਗਿਆ ਸੀ। ਔਰ ਉਸੇ ਸਾਲ ਦੇ ਵਿੱਚ 57 ਦੇ ਵਿੱਚ ਹੀ ਇੱਕ ਅੰਦੋਲਨ ਪਾਰਟੀ ਵੱਲੋਂ ਚੱਲਿਆ ਸੀ। ਉਸ ਅੰਦੋਲਨ ਦੇ ਵਿੱਚ ਮੈਂ ਸੱਤਿਆਗ੍ਰਹਿ ਕਰਕੇ ਗ੍ਰਿਫਤਾਰੀ ਦਿੱਤੀ ਔਰ ਫਿਰ ਉਹਦੇ ਬਾਅਦ ਲਗਾਤਾਰ ਮੈਂ ਕਦੀ ਮੰਡਲ ਪ੍ਰਧਾਨ ਔਰ ਸ਼ਹਿਰ ਦੇ ਸੈਕਟਰੀ, ਜਨਰਲ ਸੈਕਟਰੀ, ਪ੍ਰਧਾਨ, ਸਭ ਤਰ੍ਹਾਂ ਦੀ ਪੋਸਟਾਂ ਨਿਭਾਈਆਂ ਔਰ 6 ਟਾਈਮ ਮੈਂ ਜੇਲ੍ਹ 'ਚ ਗਿਆ। ਪਾਰਟੀ ਨੇ ਮੇਰੇ ਮਾਣ ਇੱਜ਼ਤ ਮੈਨੂੰ ਦਿੱਤੀ। ਪਹਿਲੇ ਮੈਨੂੰ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਬਣਾਇਆ, ਸ਼ਹਿਰ ਦਾ ਪ੍ਰਧਾਨ ਰਿਹਾ, ਫਿਰ ਮੈਂ ਮੇਅਰ ਵੀ ਬਣਿਆ। 12 ਤੋਂ 17 ਤੱਕ ਦਾ ਮੈਂ ਅੰਮ੍ਰਿਤਸਰ ਦਾ ਮੇਅਰ ਰਿਹਾ। ਸਭ ਨੂੰ ਪਤਾ ਹੈ ਉਹ ਇੱਕ ਨਾਂ ਹੈ ਕਿ ਲੜੰਦਿਆ ਕਿ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਜਿਸ ਵੇਲੇ ਮੈਂ ਚੇਅਰਮੈਨ ਬਣਿਆ ਸੀ ਅਤੇ ਉਸ ਟਾਈਮ ਦੇ ਉੱਤੇ ਬਿਲਕੁਲ ਟਰਸਟ ਜਿਹੜਾ ਕਰਜ਼ੇ 'ਚ ਡੁੱਬਿਆ ਪਿਆ ਸੀ। 70-80 ਕਰੋੜ ਰੁਪਏ ਦਾ ਕਰਜ਼ਾ ਸੀ ਟਰਸਟ ਦੇ ਉੱਤੇ। ਲੇਕਿਨ ਜਿਸ ਵੇਲੇ ਮੇਰਾ ਛੱਡਿਆ, ਮੈਂ ਉਸ ਟਾਈਮ ਦੇ ਉੱਤੇ ਬਹੁਤ ਬੜੀ FDR ਬਣਾ ਕੇ ਔਰ ਟਰਸਟ ਦੇ ਵਿੱਚ ਕੀਤੀ ਔਰ ਟਰਸਟ ਦੇ ਬਹੁਤ ਕੰਮ ਕੀਤੇ, ਸਭ ਨੂੰ ਪਤਾ ਹੈ। ਇਸੇ ਤਰ੍ਹਾਂ ਇਹ 5 ਸਾਲ ਪੂਰੇ ਅੰਮ੍ਰਿਤਸਰ ਦੇ ਕਾਰਪੋਰੇਸ਼ਨ ਦੇ ਵਿੱਚ ਰਹਿੰਦੇ ਹੋਇਆਂ ਮੈਂ ਜਿੰਨੀ ਡਿਵੈਲਪਮੈਂਟ ਸਾਰੀ ਹੋਈ ਹੈ, ਇਹ ਚਾਹੇ ਸ਼੍ਰੀ ਹਰਿਮੰਦਰ ਸਾਹਿਬ ਦੇ ਕੋਲ ਭਰਾਵਾਂ ਦੇ ਹੋਟਲ ਤੋਂ ਲੈ ਕੇ ਅਤੇ ਉੱਥੋਂ ਤੱਕ ਸਾਰੀ ਔਰ ਸਾਰਾ ਬੱਸਾਂ ਦਾ ਕੰਮ, ਦੂਸਰਾ ਜਿਤਨੀ ਡਿਵੈਲਪਮੈਂਟ ਸੀ ਕਿ ਲੜੰਦੇ ਉਹ ਸਾਰੀ ਮੇਰੇ ਟਾਈਮ ਦੇ ਵਿੱਚ ਹੀ ਹੋਈ ਹੈ ਔਰ ਕਾਫੀ ਪੈਸਾ ਜਿਹੜਾ ਹੈ ਉਹ ਉੱਥੇ ਡਿਵੈਲਪਮੈਂਟ ਵਾਸਤੇ ਅਸੀਂ ਖਰਚ ਕੀਤਾ ਔਰ ਕੋਈ ਵੀ ਟੈਕਸ ਜਿਹੜੀ ਆ ਆਪਣੇ ਟਾਈਮ 'ਚ ਨਹੀਂ ਲਗਾਈ ਔਰ ਕੋਈ ਵੀ ਵਿਅਕਤੀ ਜਿਹੜਾ ਕਿ ਲੜੰਦੇ ਆ ਮੇਰੇ ਵੱਲ ਆਪਣਾ ਉਂਗਲ ਨਹੀਂ ਚੁੱਕ ਸਕਦਾ। ਇੱਕ ਬੜਾ ਕਲੀਅਰ ਮੇਰਾ ਜੀਵਨ ਹੈ ਔਰ ਬੜੇ ਇਮਾਨਦਾਰੀ ਨਾਲ, ਸਪਸ਼ਟਤਾ ਨਾਲ ਔਰ ਪੂਰੀ ਕੰਟਰੋਲ ਨਾਲ ਸਾਰੇ ਕੰਮ ਜਿਹੜੇ ਕੀਤੇ ਨੇ ਔਰ ਜਿਹੜੇ ਲੋਕ ਮੈਨੂੰ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਇੱਕ ਸਿਸਟਮ ਨਾਲ ਚੱਲਣ ਵਾਲਾ ਬੰਦਾ ਹੈ। ਪਾਰਟੀ ਦੇ ਵਿੱਚ ਵੀ ਮੈਂ ਪ੍ਰਧਾਨ ਰਿਹਾ ਅਤੇ ਬਹੁਤ ਕੰਮ ਕਾਫੀ ਪੂਰਾ ਪੀਰੀਅਡ ਕੱਢ ਕੇ ਟਾਈਮ ਕੀਤਾ। ਇਸ ਟਾਈਮ ਦੇ ਉੱਤੇ ਮੈਂ ਪੰਜਾਬ ਦੀ ਵਰਕਿੰਗ ਕਮੇਟੀ ਦਾ ਕਾਰਜਕਾਰਨੀ ਦਾ ਸਦੱਸਿਆ ਹਾਂ ਔਰ ਪਿੱਛੇ ਕਾਰਪੋਰੇਸ਼ਨ ਦੇ ਇਲੈਕਸ਼ਨ ਹੁਣੇ ਹੀ ਜਿਹੜੇ ਹੋਏ ਨੇ, ਸਾਰਾ ਗੁਰਦਾਸਪੁਰ ਜ਼ਿਲ੍ਹੇ ਦਾ ਮੇਰੇ ਕੋਲ ਕੰਮ ਸੀ ਔਰ ਇਸ ਲਈ ਮੈਂ ਹਰਬੰਸਲਾ ਖੰਨਾ ਸਮਾਰਕ ਸਮਿਤੀ ਦਾ ਕਾਰਜਕਾਰਨੀ ਪ੍ਰਧਾਨ ਹਾਂ। ਅਰੋੜਾ ਸਾਹਿਬ, ਗੱਲ ਕਰੀਏ 2012 ਅਤੇ 17 ਦੇ ਵਿੱਚ ਸ਼ਹਿਰ ਦੇ ਜਿਹੜੇ ਪ੍ਰਥਮ ਵਿਅਕਤੀ, ਸ਼ਹਿਰ ਦਾ ਪਿਤਾਮਾ ਕਿਹਾ ਜਾਂਦਾ ਹੈ, ਉਹ ਤੁਸੀਂ ਮੇਅਰ ਰਹੇ ਹੋ। 2017 ਦੀ ਜਿਹੜਾ ਤੁਹਾਡੀ ਟਰਮ ਸੀਗੀ, ਉਸ ਤੋਂ ਬਾਅਦ 23 ਜਨਵਰੀ 2018 ਨੂੰ ਕਾਂਗਰਸ ਦੀ ਜਿਹੜੀ ਆ ਉਹ ਉਹਨਾਂ ਦਾ ਮੇਅਰ ਅਤੇ ਉਹਨਾਂ ਦਾ ਜਿਹੜਾ ਬਹੁਮਤ ਜਿਹੜਾ ਆਇਆ, ਇਹ ਦੋਨਾਂ ਟਰਮ ਦਾ ਅਗਰ ਕੰਪੈਰੀਜ਼ਨ ਕਰੀਏ ਤਾਂ ਫਰਕ ਕੀ ਤੁਹਾਨੂੰ ਨਜ਼ਰ ਆ ਰਿਹਾ ਜੀ? ਡਿਵੈਲਪਮੈਂਟ ਦਾ ਬਹੁਤ ਵੱਡਾ ਫਰਕ ਹੈ। ਸਾਡੇ ਟਾਈਮ ਦੇ ਉੱਤੇ ਕੋਈ ਐਸਾ ਵਾਰਡ ਨਹੀਂ ਸੀ ਜਿਸ ਜਗ੍ਹਾ ਦੇ ਉੱਤੇ ਤੁਹਾਨੂੰ ਕੋਈ ਨਾ ਕੋਈ ਡਿਵੈਲਪਮੈਂਟ ਦਾ ਕੰਮ ਹੁੰਦਾ ਹੋਇਆ ਨਜ਼ਰ ਨਾ ਆਵੇ। ਇੱਕ ਵਾਰਡ ਦੇ ਵਿੱਚ ਹੀ 6-6 7-7 ਕੰਮ ਹੁੰਦੇ ਸੀ ਔਰ ਸਾਰੇ ਵਾਰਡਾਂ ਦੇ ਵਿੱਚ ਬਹੁਤ ਬੜੀ ਡਿਵੈਲਪਮੈਂਟ ਜਿਹੜੀ ਹੈ ਉਹ ਹੋਈ ਔਰ ਸਭ ਨੂੰ ਪਤਾ ਹੈ ਕਿ ਲੜੰਦੇ ਕਿ ਕੋਈ ਐਸੀ ਕੌਂਸਟੀਚੁਐਂਸੀ ਨਹੀਂ ਸੀ ਕਿ ਜਿਹਦੇ ਵਿੱਚ ਮਤਲਬ ਡਿਵੈਲਪਮੈਂਟ ਦੇ ਕੰਮ ਨਹੀਂ ਹੋਏ।
ਅਰੋੜਾ ਸਾਹਿਬ ਗੱਲ ਕਰੀਏ ਕਾਂਗਰਸ ਤੇ ਹੁਣ ਦੀ ਸਰਕਾਰ ਦੀ 23 ਜਨਵਰੀ 2018 ਨੂੰ ਸਹੁੰ ਚੁੱਕ ਸਮਾਗਮ ਹੋਇਆ ਸੀਗਾ ਮੇਅਰ ਕਰਮਜੀਤ ਸਿੰਘ ਰਿੰਟੂ ਦਾ। ਔਰ ਵਿਧਾਨ ਸਭਾ ਦੇ ਟਾਈਮ ਤੇ ਉਹਨਾਂ ਨੇ ਉਸ ਟਾਈਮ ਜਿਹੜਾ ਵਾ ਕਿਹਾ ਸੀਗਾ ਕਿ ਹਰ ਮਹੀਨੇ ਹੀ ਕੌਂਸਲਰ ਦੀ ਜਿਹੜੀ ਉਹ ਮੀਟਿੰਗ ਜਿਹੜੀ ਹੋਇਆ ਕਰੇਗੀ, ਸ਼ਹਿਰ ਦੀ ਚਰਚਾ ਹੋਇਆ ਕਰੇਗੀ। ਅੱਜ ਕਰੀਬ 44-45 ਮਹੀਨੇ ਹੋ ਚੁੱਕੇ ਇਸ ਗੱਲ ਨੂੰ, ਕਰੀਬ 10 ਮੀਟਿੰਗਾਂ ਹੀ ਹੁਣ ਤੱਕ ਕੀਤੀਆਂ ਗਈਆਂ। ਕਰੋਨਾ ਕਾਲ ਕਰਕੇ ਚਲੋ ਮੁਸ਼ਕਿਲ ਆਈ ਹੋਏਗੀ। ਹਾਊਸ ਦੀ ਮੀਟਿੰਗ ਜਿਹੜੀ ਹੈ ਉਹ ਕੌਂਸਲਰ ਨੂੰ ਲੈ ਕੇ ਤੇ ਸ਼ਹਿਰ ਵਾਸੀ ਨੂੰ ਲੈ ਕੇ ਕਿੰਨੀ ਕੁ ਜ਼ਰੂਰੀ ਹੈ ਤੇ ਕਿੰਨੇ ਕੁ ਸਮੇਂ ਬਾਅਦ ਹੋਣੀ ਜਿਹੜੀ ਆ ਉਹ ਹੋਵੇ ਤੇ ਚੰਗੀ ਗੱਲ ਹੈ ਜੀ? ਹਾਊਸ ਦੀ ਮੀਟਿੰਗ ਤਾਂ ਹੋਣੀ ਹੀ ਚਾਹੀਦੀ ਹੈ। ਉਸ ਦੇ ਨਾਲ ਮੇਅਰ ਦੀ ਵੀ ਜ਼ਿੰਮੇਵਾਰੀ ਬਚਦੀ ਹੈ ਕਿ ਡਿਸਟ੍ਰੀਬਿਊਸ਼ਨ ਹੋ ਜਾਂਦਾ ਹੈ ਕਿ ਜਿਹੜੀ ਚੀਜ਼ ਅਸੀਂ ਹਾਊਸ 'ਚੋਂ ਪਾਸ ਕਰਾ ਲਈ ਤੇ ਰਿਸਪੌਂਸਿਬਿਲਟੀ ਮੇਅਰ ਦੀ ਵੀ ਘਟਦੀ ਹੈ। ਕਿਉਂ ਨਹੀਂ ਹੁੰਦੀ, ਉਸ ਦੇ ਵਾਸਤੇ ਕਾਉਂਸਲਰ ਜਿਹੜੇ ਨੇ ਕਿ ਲੜਨਦੇ ਵੀ ਉਨੇ ਹੀ ਜ਼ਿੰਮੇਵਾਰ ਨੇ ਕਿ ਕਾਉਂਸਲਰ ਉਸ ਦਾ ਪ੍ਰੋਟੈਸਟ ਕਰਨਾ ਚਾਹੀਦਾ, ਕਾਉਂਸਲਰ ਨੂੰ ਗੱਲ ਕਰਨੀ ਚਾਹੀਦੀ ਹੈ, ਜਿਹੜਾ ਵਿਰੋਧੀ ਦਲ ਹੈ ਉਹਨੂੰ ਵੀ ਗੱਲ ਕਰਨੀ ਚਾਹੀਦੀ ਹੈ। ਲੇਕਿਨ ਆਪਣਾ ਮੀਟਿੰਗ ਜਿਹੜੀ ਹੈ ਉਹ ਤਾਂ ਰੈਗੂਲਰ ਹੋਣੀ ਚਾਹੀਦੀ। ਅਰੋੜਾ ਸਾਹਿਬ ਗੱਲ ਕਰੀਏ ਮੀਟਿੰਗਾਂ ਨੂੰ ਲੈ ਕੇ, ਤੁਹਾਡੇ ਟਾਈਮ ਤੇ FNCC ਦੀ ਬੈਠਕ ਵੀ ਚੱਲਦੀ ਸੀਗੀ, ਪਰ FNCC ਦੇ ਬੈਠਕ ਦੇ ਵਿੱਚ ਤੁਹਾਡੇ ਕੋਲ ਕੰਮ ਕਰਾਉਣ ਦੇ ਜਿਹੜੇ ਪੈਸਿਆਂ ਦੇ ਅਧਿਕਾਰ ਜਿਹੜੇ ਬਹੁਤ ਘੱਟ ਸੀਗੇ। ਹੁਣ ਜਿਸ ਤਰ੍ਹਾਂ ਹੀ ਹਾਊਸ ਦੀ ਮੀਟਿੰਗ ਹੋਈ, ਇਹ 'ਚ ਮਤਾ ਪਾਸ ਕਰਾ ਦਿੱਤਾ ਗਿਆ, ਕੁਝ ਨਵੇਂ ਕੌਂਸਲਰ ਹੋਣਗੇ, ਸ਼ਾਇਦ ਉਹਨਾਂ ਨੂੰ ਜਾਣਕਾਰੀ ਨਹੀਂ ਹੋਏਗੀ। 50 ਲੱਖ ਤੱਕ ਪਾਵਰ ਜਿਹੜੀ ਹੈ FNCC ਦੇ ਕੋਲ। ਕਾਂਗਰਸ ਦੇ ਟਾਈਮ ਤੇ ਜਿਹੜੀਆਂ ਹਾਊਸ ਦੀਆਂ ਮੀਟਿੰਗਾਂ 10 ਹੋਈਆਂ, ਉਹਦੇ ਮੁਕਾਬਲੇ FNCC ਦੀਆਂ ਮੀਟਿੰਗਾਂ ਜਿਹੜੀਆਂ ਉਹ 25 ਹੋ ਚੁੱਕੀਆਂ, ਜਿੱਥੇ 85 ਕੌਂਸਲਰਾਂ ਵਿੱਚ ਬੈਠ ਕੇ ਇੱਕ ਮਤੇ ਪਾਸ ਹੋਣੇ ਸੀਗੇ, ਉਹ 5 ਕੌਂਸਲਰ ਬੈਠ ਕੇ, ਉਹਨਾਂ ਵਿੱਚੋਂ ਵੀ ਇੱਕ ਕੌਂਸਲਰ ਬਹੁਤ ਘੱਟ, ਦਮਨਦੀਪ, ਜਿਹੜੇ ਘੱਟ ਮੀਟਿੰਗ ਅਟੈਂਡ ਕਰ ਰਹੇ ਨੇ। ਕੀ ਸਮਝਦੇ ਇਹਦੇ ਵਿੱਚ FNCC ਮੀਟਿੰਗ ਜਿਹੜੀ ਆ 50 ਲੱਖ ਤੱਕ ਕੰਮ ਕਰਨੇ ਜਿਹੜੇ ਆ ਉਹ ਜਾਇਜ਼ ਹੈ ਕਿ ਜਾਂ ਕਿਸ ਤਰ੍ਹਾਂ ਹੈ ਜੀ? ਉਹ ਤਾਂ ਜਿਹੜਾ ਐਕਟ ਦੇ ਵਿੱਚ ਚੀਜ਼ਾਂ ਪ੍ਰੋਵੀਜ਼ਨ ਹੈਗੀ ਹੈ ਉਹਦੇ ਅਗੇਂਸਟ ਤਾਂ ਕੋਈ ਜਾ ਨਹੀਂ ਸਕਦਾ। FNCC ਕੋਲ ਪਾਵਰ ਹੈ, ਉਹ ਕਰਦੀ ਹੈ। ਲੇਕਿਨ ਜੇ ਹਾਊਸ ਨੇ ਮਤਲਬ ਐਸਾ ਮਤਾ ਪਾਸ ਕੀਤਾ ਬਈ ਆਪਣਾ FNCC ਜਿਹੜੀ ਹੈ ਕਰਕੇ ਮਤਲਬ ਚੀਜ਼ਾਂ ਕਰ ਸਕਦੀ ਹੈ ਤੇ ਉਸ ਨੂੰ ਤਾਂ ਮੈਂ ਉਹ ਨਹੀਂ ਕਹਿ ਸਕਦਾ, ਕਿਉਂਕਿ ਹਾਊਸ ਨੇ ਮਤਾ ਪਾਸ ਕੀਤਾ ਤੇ ਇਸ ਦਾ ਮਤਲਬ ਹਾਊਸ ਦੀ ਉਹ ਜ਼ਿੰਮੇਵਾਰੀ ਉਹ ਆ ਜਾਂਦੀ ਹੈ। ਅਰੋੜਾ ਸਾਹਿਬ ਗੱਲ ਕਰੀਏ ਆਪਾਂ ਹਾਊਸ ਦੀ ਮੀਟਿੰਗ ਨੂੰ ਲੈ ਕੇ, ਹਾਊਸ ਦੀ ਮੀਟਿੰਗ ਨੂੰ ਸਹੀ ਤਰੀਕੇ ਨਾਲ ਹਾਊਸ ਨੂੰ ਚਲਾਉਣ ਵਾਸਤੇ ਕਿਹੜੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਜਿਹੜਾ ਵਾ ਉਹ ਜ਼ਰੂਰੀ ਹੈ, ਤਾਂ ਕਿ ਇੱਕ ਮੇਅਰ ਦੇ ਨਾਲ ਨਾਲ ਸੀਨੀਅਰ ਡਿਪਟੀ ਮੇਅਰ ਤੇ ਬਾਕੀ ਪਕਸ਼ ਤੇ ਵਿਪਕਸ਼ ਦੇ ਕੌਂਸਲਰ ਵੀ ਜਾਣ ਲੱਗਿਆ ਖੁਸ਼ ਨਜ਼ਰ ਆਉਣ ਜੀ? ਮੇਰੇ ਟਾਈਮ 'ਚ ਹਾਊਸ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ। ਮੈਨੂੰ ਮੇਰੀ ਪਾਰਟੀ ਵਾਲੇ ਵੀ ਮੈਨੂੰ ਕਹਿੰਦੇ ਰਹੇ ਨੇ ਕਿ ਤੂੰ ਐਡੀ ਲੰਬੀ ਮੀਟਿੰਗਾਂ ਕਰਨਾ, ਮੈਂ 4 ਘੰਟੇ ਤੋਂ ਘੱਟ ਤਾਂ ਕੋਈ ਮੀਟਿੰਗ ਹੁੰਦੀ ਉਹ ਨਹੀਂ ਸੀ। ਔਰ ਕਾਂਗਰਸ ਦੇ ਜਾਂ ਵਿਰੋਧੀ ਦਲ ਨੂੰ ਵੀ ਇਹ ਪਤਾ ਸੀ ਕਿ ਲੜਨਦੇ ਆ ਬਈ ਬੋਲਣ ਦਾ ਮੌਕਾ ਮੈਂ ਹਰ ਇੱਕ ਨੂੰ ਦੇਣਾ, ਬੋਲੋ, ਆਫਿਸਰ ਨੇ ਜਵਾਬ ਦੇਣਾ। ਮੈਂ ਪਰਸਨਲ ਜ਼ਿੰਮੇਵਾਰ ਨਹੀਂ ਹੈਗਾ, ਆਫਿਸਰ ਹੈ, ਆਫਿਸਰ ਜਵਾਬ ਦੇਵੇਗਾ। ਔਰ ਬਕਾਇਦਾ ਤੌਰ ਦੇ ਉੱਤੇ ਉਹਨਾਂ ਸਾਹਮਣੇ ਖੜਾ ਕਰਾ ਕੇ ਕਾਉਂਸਲਰ ਨੂੰ ਸਾਹਮਣੇ ਆਫਿਸਰ ਨੂੰ ਜਵਾਬ ਦਿੱਤਾ ਜਾਂਦਾ ਸੀ। ਫਿਰ ਜਿੱਥੇ ਇੰਟਰਫੀਰੈਂਸ ਦੀ ਕਮਿਸ਼ਨਰ ਦੀ ਲੋੜ ਹੁੰਦੀ ਸੀ ਜਾਂ ਮੇਰੀ ਲੋੜ ਹੁੰਦੀ ਸੀ, ਫਿਰ ਉਹਦੇ 'ਚ ਅਸੀਂ ਦਖਲ ਦਿੰਦੇ ਸੀ। ਲੇਕਿਨ ਕਾਉਂਸਲਰ ਦੀ ਸੈਟਿਸਫੈਕਸ਼ਨ ਪੂਰੀ ਹੁੰਦੀ ਸੀ, ਕਿਉਂਕਿ ਕਾਉਂਸਲਰ ਜਿਹੜਾ ਗੱਲ ਕਰ ਰਿਹਾ ਉਹ ਸ਼ਹਿਰ ਦੇ ਹਿੱਤ ਵਾਸਤੇ ਕਰ ਰਿਹਾ, ਆਪਣੇ ਵਾਰਡ ਦੀ ਜਿੱਥੋਂ ਵੋਟ ਲਏ ਨੇ ਉਹਨੇ, ਉਹਦੇ ਹਿੱਤ ਵਾਸਤੇ ਗੱਲ ਕਰ ਰਿਹਾ। ਇਸ ਕਰਕੇ ਅਸੀਂ ਉਸ ਨੂੰ ਤਾਂ ਕਦੀ ਗਲਤ ਨਹੀਂ ਕਹਾਂਗੇ। ਔਰ ਉਹ ਹੋਣਾ ਵੀ ਚਾਹੀਦਾ ਕਿ ਆਪਣਾ ਜਵਾਬਦੇਹੀ ਜਿਹੜੀ ਆ ਆਫਿਸਰ ਦੀ ਬਿਲਕੁਲ ਹੋਣੀ ਚਾਹੀਦੀ ਹੈ। ਅਗਰ ਮੁਲਾਜ਼ਮ ਦੀ ਆਫਿਸਰ ਦੀ ਜਵਾਬਦੇਹੀ ਨਹੀਂ ਹੋਏਗੀ ਤੇ ਫਿਰ ਕਿਤੇ ਵੀ ਰਾਜਨੀਤੀ ਡੈਮੋਕ੍ਰੇਸੀ ਚੱਲ ਨਹੀਂ ਸਕਦੀ। ਅਰੋੜਾ ਸਾਹਿਬ, ਤੁਹਾਡਾ ਕਹਿਣਾ ਕਿ ਮੀਟਿੰਗ ਹਾਊਸ ਦੀ ਜਿਹੜੀ 4-4 ਘੰਟੇ ਬਾਅਦ ਵੀ ਚੱਲੀ, ਜਿੱਥੇ ਪਕਸ਼ ਨੂੰ ਸੁਣਿਆ ਗਿਆ ਉੱਥੇ ਵਿਪਕਸ਼ ਨੂੰ ਵੀ ਨਾਲ ਮੌਕਾ ਜਿਹੜਾ ਪੂਰਾ ਦਿੱਤਾ ਗਿਆ। ਪਰ ਇਸ ਦੇ ਮੁਕਾਬਲੇ ਦੇਖੀਏ ਤੇ ਇਹ ਪਿੱਛੇ ਫਰਵਰੀ 2020 ਦੇ ਵਿੱਚ ਇੱਕ ਮੀਟਿੰਗ ਹੋਈ, ਉਹ ਮੇਰੇ ਖਿਆਲ ਪੰਜਾਬ ਕੀ ਇੰਡੀਆ ਦਾ ਹੀ ਹੋ ਸਕਦਾ ਹੈ ਰਿਕਾਰਡ ਹੋਵੇ ਕਿ ਸਭ ਤੋਂ ਛੋਟੀ ਮੀਟਿੰਗ ਦੇ ਵਿੱਚ ਹਾਊਸ ਨੂੰ ਨਿਪਟਾ ਦਿੱਤਾ ਗਿਆ। ਛੋਟੀ ਜੀ ਤੂੰ ਮੈਂ ਯੂਨਸ ਅਤੇ ਮੇਅਰ ਸਾਹਿਬ ਦੇ ਵਿੱਚ ਹੋਣ ਤੋਂ ਬਾਅਦ ਚੰਦ ਕੁ ਸਕਿੰਟਾਂ ਦੇ ਵਿੱਚ ਮਤੇ ਪਾਸ ਮੀਟਿੰਗ ਬਰਖਾਸਤ। ਕਿਆ ਇਹ ਜਿਹੀਆਂ ਮੀਟਿੰਗਾਂ ਦੇ ਵਿੱਚ ਇੱਕ ਮੇਅਰ ਦੀ ਡਿਕਟੇਟਰਸ਼ਿਪ ਜਿਹੜੀ ਆ ਉਹ ਨਜ਼ਰ ਨਹੀਂ ਆਉਂਦੀ ਜੀ? ਇਸ ਸੰਬੰਧ 'ਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਜਿਸ ਮੀਟਿੰਗ ਦੇ ਵਿੱਚ ਤੁਸੀਂ ਗੱਲ ਕਰ ਰਹੇ ਹੋ ਹੋਇਆ ਐਸਾ, ਤੇ ਉਸ ਮੀਟਿੰਗ ਦੇ ਬਾਰੇ ਮਤਲਬ ਕੌਂਸਲਰ ਨੂੰ ਪੂਰਾ ਰਾਈਟ ਹੈ ਕਿ ਲੜਨਦਿਆਂ ਵੀ ਪ੍ਰੋਟੈਸਟ ਕਰਨ ਦਾ।
ਤੇ ਇਸ ਦੇ ਬਾਰੇ ਮੈਂ ਤਾਂ ਕੁਝ ਜ਼ਿਆਦਾ ਕਹਿ ਨਹੀਂ ਸਕਦਾ, ਕਿਉਂਕਿ ਕੌਂਸਲਰ ਦਾ ਹੀ ਰਾਈਟ ਹੈ ਹਾਊਸ ਦੇ ਵਿੱਚ ਗੱਲ ਕਰਨ ਦਾ, ਔਰ ਉਹਨਾਂ ਨੂੰ ਮਤਲਬ ਗੱਲ ਕਰਨੀ ਚਾਹੀਦੀ ਹੈ। ਔਰ ਇਸ ਢੰਗ ਦੇ ਨਾਲ ਨਾ ਹੋਵੇ, ਇਹ ਉਹਨੂੰ ਮਤਲਬ ਮੇਅਰ ਦੇ ਧਿਆਨ 'ਚ ਲਿਆਉਣਾ ਚਾਹੀਦਾ ਵੀ ਇਸ ਢੰਗ ਦੇ ਨਾਲ ਉਹਨੂੰ ਉਹਦੀ ਪਾਰਟੀ ਨੂੰ ਵੀ ਲਿਆਉਣਾ ਚਾਹੀਦਾ ਅਤੇ ਵਿਰੋਧੀ ਦਲ ਵਾਲਿਆਂ ਨੂੰ ਵੀ ਲਿਆਉਣਾ ਚਾਹੀਦਾ ਵੀ ਇਸ ਨੂੰ ਤੁਸੀਂ ਡਿਸਕਸ਼ਨ ਕਰਕੇ ਮਤਿਆਂ ਨੂੰ ਪਾਸ ਕਰੋ, ਅਤੇ ਉਹ ਜ਼ਿਆਦਾ ਬੈਨੀਫੀਸ਼ੀਅਲ ਹੈ। ਅਰੋੜਾ ਸਾਹਿਬ, ਗੱਲ ਕਰੀਏ ਤੁਹਾਡੇ ਟਾਈਮ ਦੇ ਉੱਤੇ ਕੰਪਨੀਆਂ ਦੇ ਥਰੂ ਜਿਹੜੇ ਵਿਕਾਸ ਦੇ ਕੰਮ ਬਹੁਤ ਜ਼ਿਆਦਾ ਹੋਏ, ਠੇਕੇਦਾਰਾਂ ਵੱਲੋਂ, ਲੋਕਲ ਠੇਕੇਦਾਰ ਵੱਲੋਂ ਕੀਤੇ ਵਿਕਾਸ ਤੇ ਇੱਕ ਕੰਪਨੀ ਵੱਲੋਂ ਕੀਤੇ ਵਿਕਾਸ ਦੇ ਵਿੱਚ ਕੀ ਫ਼ਰਕ ਮਹਿਸੂਸ, ਕੀ ਸਲਾਹ ਦੇਣਾ ਚਾਹੋਗੇ ਜੀ? ਬਹੁਤ ਜ਼ਿਆਦਾ ਫਰਕ ਹੁੰਦਾ ਹੈ। ਸਭ ਨੂੰ ਪਤਾ ਹੈ ਕਿ 2007 ਦੇ ਵਿੱਚ ਅਸੀਂ ਰੋਹਨ ਰਾਜਦੀਪ ਕੋਲੋਂ ਸੜਕਾਂ ਅੰਮ੍ਰਿਤਸਰ ਦੀਆਂ ਬਣਵਾਈਆਂ ਸੀ। ਪੈਸੇ ਕਾਰਪੋਰੇਸ਼ਨ ਨੇ ਉਸ ਵੇਲੇ ਵੀ ਖਰਚੇ, ਪੈਸੇ ਕਾਰਪੋਰੇਸ਼ਨ ਨੇ ਉਸ ਤੋਂ 1 ਸਾਲ ਪਹਿਲੇ 2006 'ਚ ਵੀ ਖਰਚ ਕੀਤੇ। ਲੇਕਿਨ 2006 'ਚ ਬਣੀਆਂ ਹੋਈਆਂ ਸੜਕਾਂ ਜਿਹੜੀਆਂ ਪਹਿਲੀ ਬਾਰਿਸ਼ ਆਉਣ ਦੇ ਉੱਤੇ ਹੀ ਸਭ ਟੁੱਟ ਗਈਆਂ, ਸਤਿਆਨਾਸ਼ ਹੋ ਗਿਆ। ਉਹਨੂੰ ਦੇਖ ਕੇ ਵੀ ਇਹ ਫਿਰ ਲੋਕਲ ਜਿਹੜੀ ਹੈ ਠੇਕੇਦਾਰ ਜਿਹੜੇ ਨੇ ਉਹ ਮਟੀਰੀਅਲ ਔਰ ਇਹ ਉਹ ਸਭ ਠੀਕ ਨਹੀਂ ਯੂਜ਼ ਕਰਦੇ, ਔਰ ਉਹਦੇ ਨਾਲ ਉਹ ਸ਼ਿਕਾਇਤ ਦਾ ਬਹੁਤ ਰਹਿੰਦੀ ਚਾਂਸ ਰਹਿੰਦਾ। ਅਤੇ ਉਹਦੇ ਵਾਸਤੇ ਇੱਕ ਸਟੈਂਡਰਡ ਦੀ ਕੰਪਨੀ ਨੂੰ ਕਾਲ ਕੀਤਾ, ਔਰ ਉਸ ਨੇ 5 ਸਾਲ ਉਹਦੇ ਕੋਲੋਂ ਗਰੰਟੀ ਲਈ ਗਈ ਕਿ ਲੈਣਦੇ ਆ ਵੀ 5 ਸਾਲ ਤੱਕ ਸੜਕ ਟੁੱਟ ਜਾਏਗੀ ਅਤੇ ਉਹ ਰੋਹਨ ਰਾਜਦੀਪ ਵਾਲਿਆਂ ਨੂੰ ਬਣਾ ਕੇ ਦੇਣੀ ਹੈ। ਔਰ ਮੈਂ ਹੁਣ ਵੀ ਕਹਾਂਗਾ ਕਿ ਅਗਰ ਹੁਣ ਸੜਕਾਂ ਬਣਨੀਆਂ ਸ਼ੁਰੂ ਹੋਈਆਂ ਤਾਂ ਉਹ ਬਕਾਇਦਾ ਠੇਕੇਦਾਰ ਕੋਲੋਂ ਗਰੰਟੀ ਲੈਣੀ ਚਾਹੀਦੀ ਹੈ ਬਈ ਅਗਰ ਹੁਣ ਫਿਰ ਅੱਗੋਂ ਬਾਰਿਸ਼ਾਂ ਆ ਰਹੀਆਂ, ਇਹ ਕਿਤੇ ਉਹੋ ਹੀ ਹਾਲ ਨਾ ਹੋਵੇ ਜੋ 2005 ਔਰ 6 ਦੇ ਵਿੱਚ ਪਹਿਲੇ ਵੀ ਹੋਇਆ ਸੀ, ਕਿ ਬਿਲਕੁਲ ਸੜਕਾਂ ਪਹਿਲੀ ਬਾਰਿਸ਼ ਦੇ ਵਿੱਚ ਹੀ ਜਿਹੜੀ ਹੈ ਲੁੱਕ ਕਿਤੇ ਔਰ ਬਜਰੀ ਕਿਤੇ ਸਾਰਾ ਕਿੱਲਰ ਗਈ ਸੀ, ਔਰ ਉਹਦੇ ਕਰਕੇ ਦੇਖ ਕੇ ਤੇ ਰੋਹਨ ਰਾਜਦੀਪ ਕੋਲੋਂ ਕੰਮ ਕਰਵਾਇਆ। ਅਰੋੜਾ ਸਾਹਿਬ, ਗੱਲ ਕਰੀਏ ਤੇ ਪਿਛਲੇ ਕਈ ਸਾਲਾਂ ਤੋਂ ਇਲੀਗਲ ਜਿਹੜੀਆਂ ਇਮਾਰਤਾਂ ਹੈ, ਖਾਸ ਕਰਕੇ ਹੋਟਲ ਹੈ, ਉਹ ਜਿਹੜੇ ਕੰਮ ਸਹੀ ਪਟਰੀ 'ਤੇ ਚੜ੍ਹਦਾ ਹੋਇਆ ਨਜ਼ਰ ਨਹੀਂ ਆਉਂਦਾ। ਹਾਈ ਕੋਰਟ, ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਵੀ ਗੈਰ ਕਾਨੂੰਨੀ ਤਰੀਕੇ ਨਾਲ ਉਸਾਰੀਆਂ ਦਾ ਬੋਲਬਾਲਾ ਜਿਹੜਾ ਰਿਹਾ ਹੈ। ਤੁਹਾਡੇ ਟਾਈਮ ਦੀ ਗੱਲ ਕਰੀਏ ਤਾਂ ਤੁਸੀਂ ਆਪ ਹੀ ਦੱਸੋਗੇ ਕਿ ਨਜਾਇਜ਼ ਇਮਾਰਤਾਂ ਦੇ ਖਿਲਾਫ ਤੁਸੀਂ ਕੀ ਕਾਰਵਾਈ ਕਰਦੇ ਰਹਿੰਦੇ ਹੋ, ਪਰ ਹੁਣ ਬਹੁਤ ਜ਼ਿਆਦਾ ਇਮਾਰਤਾਂ ਐਸੀਆਂ ਜਿਹੜੀਆਂ ਨਜਾਇਜ਼ ਤਰੀਕੇ ਨਾਲ ਬਣ ਰਹੀਆਂ, ਇਸ ਸੰਬੰਧੀ ਕੀ ਕਹਿਣਾ ਚਾਹੋਗੇ ਜੀ? ਇਲੀਗਲ ਬਿਲਡਿੰਗਾਂ ਨਹੀਂ ਬਣਨੀਆਂ ਚਾਹੀਦੀਆਂ। ਉਸ ਦੇ ਨਾਲ ਕਾਰਪੋਰੇਸ਼ਨ ਨੂੰ ਡਾਇਰੈਕਟ ਫਾਈਨੈਂਸ਼ੀਅਲ ਲਾਸ ਹੁੰਦਾ ਹੈ। ਇਹ ਚੀਜ਼ ਕੌਂਸਲਰ ਨੂੰ ਵੀ ਸਮਝਣੀ ਚਾਹੀਦੀ ਹੈ, ਔਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜਾ ਬਿਲਡਿੰਗ ਬਣਾਉਣ ਵਾਲਾ ਹੈ ਉਸ ਨੂੰ ਟਾਈਮ ਵੇਸਟ ਨਾ ਹੋਵੇ, ਉਹਨੂੰ ਇਹ ਨਾ ਲੱਗੇ ਕਿ ਮੇਰੇ ਮੁਸੀਬਤ ਹੈ ਨਕਸ਼ਾ ਪਾਸ ਕਰਵਾਉਣਾ। ਉਹ ਨਕਸ਼ਾ ਪਾਸ ਕਰਵਾਉਣਾ ਈਜ਼ੀ ਹੋਣਾ ਚਾਹੀਦਾ ਹੈ, ਔਰ ਜਿਹੜੀ ਬਣਦੀ ਕਾਰਪੋਰੇਸ਼ਨ ਦੀ ਫੀਸ ਹੈ ਉਹ ਜਮ੍ਹਾਂ ਹੋਏਗੀ ਤਦੇ ਹੀ ਉਹਦੇ ਡਿਵੈਲਪਮੈਂਟ ਦੇ ਕੰਮ ਹੋ ਸਕਣਗੇ, ਵਰਨਾ ਡਿਵੈਲਪਮੈਂਟ ਦੇ ਕੰਮ ਕਿਸ ਤਰ੍ਹਾਂ ਹੋ ਸਕਣਗੇ। ਮੈਂ ਆਪਣੇ ਟਾਈਮ ਦੇ ਉੱਤੇ ਬਕਾਇਦਾ ਤੌਰ ਦੇ ਉੱਤੇ ਇੱਕੋ ਚੀਜ਼ 'ਤੇ ਜ਼ੋਰ ਰੱਖਦਾ ਸੀ ਬਈ ਮੇਰਾ ਕੋਈ ਬਹੁਤ ਵਾਕਫ ਵੀ ਆ ਜਾਂਦਾ ਸੀ, ਮੈਂ ਉਹਦੀ ਬਿਲਡਿੰਗ ਵੀ ਕਦੀ ਬਗੈਰ ਨਕਸ਼ੋਂ ਬਣਨ ਨਹੀਂ ਦਿੱਤੀ ਸੀ। ਉਹਨੂੰ ਮੈਂ ਕਹਿੰਦਾ ਹਾਂ ਨਕਸ਼ਾ ਤੇਰੇ ਘਰ ਪਾਸ ਹੋ ਕੇ ਪਹੁੰਚ ਜਾਏਗਾ, ਤੈਨੂੰ ਜਿੱਥੇ ਤੂੰ ਕਰੋੜਾਂ ਰੁਪਏ ਖਰਚਣੇ ਆ, ਲੱਖਾਂ ਖਰਚਣੇ ਆ, ਉੱਥੇ ਤੂੰ 25-50 ਹਜ਼ਾਰ ਰੁਪਇਆ ਤੂੰ ਕਾਰਪੋਰੇਸ਼ਨ ਨੂੰ ਨਹੀਂ ਦੇ ਸਕਦਾ। ਉਹ ਪੈਸੇ ਜਮ੍ਹਾਂ ਕਰਾ ਔਰ ਤੇ ਨਕਸ਼ਾ ਤੇਰਾ ਪਾਸ ਹੋ ਕੇ ਤੇਰੇ ਘਰ ਪਹੁੰਚੇਗਾ, ਔਰ ਉਹਦੇ ਨਾਲ ਅਗਲਾ ਉਤਸ਼ਾਹਿਤ ਹੁੰਦਾ ਵੀ ਯਾਰ ਠੀਕ ਹੈ ਮੈਨੂੰ ਖਰਾਬੀ ਨਹੀਂ ਹੋਏਗੀ। ਇਹ ਚੀਜ਼ ਜਿਹੜੀ ਹੈ ਇਹਨੂੰ ਸਮਝਣਾ ਚਾਹੀਦਾ, ਅਗਰ ਇਹ ਸਾਰੇ ਮਤਲਬ ਇਹ ਚੀਜ਼ ਦੇ ਵੱਲ ਧਿਆਨ ਦੇਣਗੇ ਤੇ ਉਹਦੇ ਨਾਲ ਇੱਕ ਮਤਲਬ ਸਵੱਛਤਾ ਸਪਸ਼ਟਤਾ ਆਏਗੀ, ਔਰ ਜਿਹੜਾ ਰੈਵਨਿਊ ਜਦ ਤੱਕ ਨਹੀਂ ਬਣੇਗਾ, ਜਦ ਤੱਕ ਟੈਕਸਾਂ ਇਕੱਠੀਆਂ ਨਹੀਂ ਹੋਣਗੀਆਂ, ਜਦ ਤੱਕ ਉਹ ਸਭ ਤੋਂ ਜ਼ਿਆਦਾ ਇਨਕਮ ਵਾਲਾ ਜਿਹੜਾ ਡਿਪਾਰਟਮੈਂਟ ਹੈ ਉਹ ਬਿਲਡਿੰਗ ਡਿਪਾਰਟਮੈਂਟ ਹੀ ਹੈ, ਜਦ ਉਹ ਪੂਰਾ ਇਨਕਮ ਨਹੀਂ ਦੇਵੇਗਾ ਤੇ ਕਾਰਪੋਰੇਸ਼ਨ ਦੇ ਫਿਰ ਕੰਮ ਵੀ ਉਸੇ ਢੰਗ ਦੇ ਨਾਲ ਡਿਵੈਲਪਮੈਂਟ ਦੇ ਨਹੀਂ ਹੋ ਸਕਣਗੇ। ਅਰੋੜਾ ਸਾਹਿਬ, ਗੱਲ ਕਰੀਏ ਹਲਕਾ ਨਾਰਥ ਦੀ, ਉਸ ਟਾਈਮ ਤੁਸੀਂ ਮੈਨੂੰ ਪਤਾ ਇੱਕ ਖੁਦ ਲਿਸਟ ਇੱਕ ਤਿਆਰ ਕਰਾ ਲਈ ਸੀ ਅਨਲੀਗਲ ਜਿਹੜੀਆਂ ਇਮਾਰਤਾਂ ਨੂੰ ਲੈ ਕੇ, ਜਿਸ ਨੂੰ ਲੈ ਕੇ ਹਲਕਾ ਨਾਰਥ ਦੇ ਜਿਹੜੇ ਮੇਨ ਇੱਥੇ ਨੇਤਾ ਸੀਗੇ ਉਹ ਵੀ ਤੁਹਾਡੇ ਨਾਲ ਕਾਫੀ ਖਟਾਸ ਜੀ ਰਹੀ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਮੈਂ ਤਾਂ ਬਕਾਇਦਾ ਤੌਰ ਦੇ ਉੱਤੇ ਐਵਰੇਜ 10 ਬਿਲਡਿੰਗਾਂ ਰੋਜ਼ ਦੀਆਂ ਉਹਦੀ ਲਿਸਟ ਬਣਾ ਕੇ ਆਪਣੇ ਮੇਅਰ ਆਫਿਸ 'ਚੋਂ ਕਮਿਸ਼ਨਰ ਨੂੰ ਭੇਜ ਦਿੰਦਾ ਸੀ, ਔਰ MTP ਨੂੰ ਕਾਪੀ ਕੱਢ ਦਿੰਦਾ ਸੀ।
ਬਈ ਇਹ ਬਿਲਡਿੰਗਾਂ ਬਣ ਰਹੀਆਂ, ਇਹਨੂੰ ਚੈੱਕ ਕਰ, ਔਰ ਜੇ ਨਕਸ਼ਾ ਪਾਸ ਹੈ ਤੇ ਮੈਨੂੰ ਭਿਜਵਾ ਦੇ ਨਕਸ਼ੇ ਦੀ ਕਾਪੀ, ਤੇ ਨਹੀਂ ਤੇ ਇਹਨੂੰ ਜਾ ਕੇ ਚੈੱਕ ਕਰੋ। ਉਹ ਕਰਦਿਆਂ 400 ਕਿੰਨੀ ਬਿਲਡਿੰਗ ਜਿਹੜੀ ਹੈ ਉਹ ਹੋ ਗਈ, ਔਰ ਉਹ 400 ਕਿੰਨੀ ਬਿਲਡਿੰਗ ਦਾ ਬਕਾਇਦਾ ਤੌਰ ਤੇ ਮੈਂ ਚੀਫ ਮਿਨਿਸਟਰ ਨੂੰ ਵੀ ਉਹਦੀ ਕੰਪਲੇਂਟ ਲਿਖ ਕੇ ਭੇਜੀ। ਸਭ ਨੂੰ ਪਤਾ ਹੈ ਕਿ ਮੈਂ ਮਤਲਬ ਜਿਹੜਾ ਗਿੱਲ ਨੰਦਿਆ ਮੇਰਾ ਉਸ ਗੱਲ ਨਾਲ ਟੱਸਲ ਵੀ ਮਤਲਬ ਰਹਿੰਦੀ ਸੀ, ਲੇਕਿਨ ਮੈਂ ਆਫਿਸਰ ਨੂੰ ਵੀ ਸਪਸ਼ਟ ਤੌਰ ਤੇ ਕਹਿ ਦਿੱਤਾ ਸੀ ਕਿ ਬੇਸ਼ੱਕ ਮੰਤਰੀ ਵੀ ਕਵੇ, ਲੇਕਿਨ ਬਗੈਰ ਨਕਸ਼ਿਓਂ ਬਿਲਡਿੰਗ ਨਹੀਂ ਬਣਨ ਦੇਣੀ। ਅਰੋੜਾ ਸਾਹਿਬ, ਗੱਲ ਕਰੀਏ ਰਾਜਨੀਤੀ ਦੀ, ਜਿਸ ਟਾਈਮ ਦੀ ਤੁਸੀਂ ਗੱਲ ਕਰ ਰਹੇ ਹੋ 54 55 56 ਦੀ, ਉਸ ਟਾਈਮ ਤੇ ਹੋ ਸਕਦਾ ਸਾਡੇ ਜਿਹੜੇ ਮੌਜੂਦਾ ਮੇਅਰ ਉਹ ਪੈਦਾ ਵੀ ਨਾ ਹੋਏ ਹੋਣ। ਇੱਕ ਛੋਟਾ ਬੱਚੇ ਹੋਣ ਦੇ ਨਾਤੇ ਤੁਸੀਂ ਸ਼ਹਿਰ ਦੀ ਭਲਾਈ ਕੰਮ ਨੂੰ ਲੈ ਕੇ, ਸ਼ਹਿਰ ਦੇ ਵਿਕਾਸ ਨੂੰ ਲੈ ਕੇ ਮੌਜੂਦਾ ਮੇਅਰ ਨੂੰ ਤੁਸੀਂ ਸਲਾਹ ਦੇਣੀ ਚਾਹੋ ਐਜ ਏ ਆਸ਼ੀਰਵਾਦ, ਤੇ ਕੀ ਕਹਿਣਾ ਚਾਹੋਗੇ ਜੀ? ਦੇਖੋ ਜੀ, ਇਸ ਵੇਲੇ ਕਾਂਗਰਸ ਦੀ ਕਾਰਪੋਰੇਸ਼ਨ ਹੈ, ਉਹਨਾਂ ਦੇ ਕਰਮਜੀਤ ਸਿੰਘ ਰਿੰਟੂ ਆਪਣਾ ਮੇਅਰ ਹੈ। ਸਭ ਲੋਕ ਕਹਿੰਦੇ ਨੇ ਕਿ ਕਾਫੀ ਠੀਕ ਕੰਮ ਕਰਦੇ ਨੇ, ਕਰਦੇ ਆ, ਮਿਹਨਤ ਕਰਦੇ ਆ, ਸਭ ਕੁਛ ਹੈ। ਮੈਂ ਤਾਂ ਚਾਹਾਂਗਾ ਕਿ ਉਹ ਜ਼ਿਆਦਾ ਮਿਹਨਤ ਕਰਨ, ਔਰ ਜਿਹੜਾ ਆਪਣਾ ਜਿੰਨੀ ਵੀ ਜ਼ਿਆਦਾ ਟੈਕਸਾਂ ਇਕੱਠੀਆਂ ਕਰਨ, ਚਾਹੇ ਉਹ ਪ੍ਰੋਪਰਟੀ ਟੈਕਸ ਹੈ, ਚਾਹੇ ਬਿਲਡਿੰਗ ਡਿਪਾਰਟਮੈਂਟਸ ਦਾ ਹੈ, ਚਾਹੇ ਕਿਤੇ ਵੀ ਹੈ, ਔਰ ਸ਼ਹਿਰ 'ਤੇ ਉਹਨੂੰ ਲਗਵਾਉਣ, ਔਰ ਸ਼ਹਿਰ ਦਾ ਵੱਧ ਮਤਲਬ ਜਿਹੜੀ ਹੈ ਤਰੱਕੀ ਹੋਵੇ। ਅਤੇ ਵਿਰੋਧੀ ਦਲ ਵੀ ਔਰ ਜਿਹੜੇ ਆਪਣਾ ਕੌਂਸਲਰ ਵੀ ਹੈ, ਉਹ ਵੀ ਇਹ ਚੀਜ਼ਾਂ ਦੇ ਵਿੱਚ ਨਾਲ ਸਹਿਯੋਗ ਕਰਨ। ਔਰ ਬਾਕੀ ਕਿਸੇ ਨੇ ਜੋ ਕੁਝ ਵੀ ਕਰਨਾ ਉਹ ਆਪਣੇ ਵਾਸਤੇ ਕਰਨਾ, ਆਪਣੀ ਇੱਜ਼ਤ ਵਾਸਤੇ ਕਰਨਾ, ਆਪਣੇ ਸਨਮਾਨ ਵਾਸਤੇ ਕਰਨਾ, ਆਪਣੀ ਪਾਰਟੀ ਦੀ ਵੀ ਇੱਜ਼ਤ ਬਣਾਉਣੀ ਹੈ ਅਤੇ ਆਪਣੀ ਵੀ ਇੱਜ਼ਤ ਬਣਾਉਣੀ ਹੈ। ਅਰੋੜਾ ਸਾਹਿਬ, ਇਹ ਤਾਂ ਸੀ ਸ਼ਹਿਰ ਦੀ ਡਿਵੈਲਪਮੈਂਟ, ਖੁਸ਼ਹਾਲੀ ਅਤੇ ਮੇਅਰ ਅਤੇ ਕਾਰਪੋਰੇਸ਼ਨ ਨੂੰ ਲੈ ਕੇ ਖਬਰ। ਇੱਕ ਪਾਰਟੀ ਦੇ ਤੌਰ ਤੇ ਗੱਲ ਕਰੀਏ ਤੇ ਇੱਕ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਮੰਤਰੀ ਅਨਿਲ ਜੋਸ਼ੀ, ਤੁਹਾਡੇ ਹਲਕੇ ਦੇ ਆ, ਉਹਨਾਂ ਦੀ ਇਲੈਕਸ਼ਨ ਦੇ ਟਾਈਮ ਤੇ ਤੁਸੀਂ ਇਲੈਕਸ਼ਨ ਇੰਚਾਰਜ ਵੀ ਰਹਿ ਚੁੱਕੇ ਹੋ। ਉਹਨਾਂ ਨੇ ਇੱਕ ਪਿੱਛੇ ਜੇ ਉਹਨਾਂ ਦੇ ਸਾਥੀਆਂ ਵੱਲੋਂ ਇੱਕ ਨਾਅਰਾ ਦਿੱਤਾ ਗਿਆ ਸੀਗਾ, ਪਹਿਲਾਂ ਕਿਸਾਨ ਤੇ ਫਿਰ ਨਿਸ਼ਾਨ। ਸਿੱਧੇ ਤੌਰ ਤੇ ਜਿਹੜਾ ਵਾ ਉਹ ਬੀਜੇਪੀ ਹਾਈ ਕਮਾਂਡ ਨੂੰ ਇੱਕ ਤਰ੍ਹਾਂ ਦਾ ਚੈਲੰਜ ਸੀਗਾ। ਇਸ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਜੀ? ਹਾਈ ਕਮਾਂਡ ਦੇ, ਚਾਹੇ ਕੇਂਦਰੀ ਹਾਈ ਕਮਾਂਡ ਹੈ, ਚਾਹੇ ਪੰਜਾਬ ਦਾ ਲੀਡਰਸ਼ਿਪ ਹੈ, ਉਹਨਾਂ ਦੇ ਧਿਆਨ 'ਚ ਹੈ ਸਾਰਾ ਕੁਛ, ਔਰ ਉਹ ਉਹਦੇ ਵਾਸਤੇ ਮਤਲਬ ਆਪਣਾ ਵਿਚਾਰ ਕਰ ਰਹੇ ਨੇ। ਪਿਛਲੇ ਵੀਕ ਹੀ ਪੰਜਾਬ ਪ੍ਰਧਾਨ ਅੰਮ੍ਰਿਤਸਰ ਆਏ ਸੀ, ਉਹਨਾਂ ਨੇ ਸਾਡੀ ਮੀਟਿੰਗ ਬੁਲਾਈ ਸੀ, ਜਿਹੜੀ ਸਾਡੀ ਕੋਰ ਕਮੇਟੀ ਦਾ ਮੈਂ ਮੈਂਬਰ ਹਾਂ। ਉਹਦੇ 'ਚ 10 ਲੋਕ ਅਸੀਂ ਹੈਗੇ ਹਾਂ ਅੰਮ੍ਰਿਤਸਰ ਦੇ ਜਿਹੜੇ ਪ੍ਰਮੁੱਖ। ਉਸ ਦੇ ਵਿੱਚ ਸਾਰਾ ਮਸਲਾ ਡਿਸਕਸ ਹੋਇਆ ਸੀ, ਅਤੇ ਉਹ ਕੇਂਦਰ ਦੇ ਧਿਆਨ 'ਚ ਹੈ। ਜਿਹੜਾ ਵੀ ਆਦਮੀ ਪਾਰਟੀ ਦੇ ਅਨੁਸ਼ਾਸਨ ਨੂੰ ਭੰਗ ਕਰਦਾ ਹੈ ਅਤੇ ਪਾਰਟੀ ਉਸ ਨੂੰ ਧਿਆਨ 'ਚ ਰੱਖੇਗੀ, ਔਰ ਧਿਆਨ 'ਚ ਰੱਖਦੀ ਹੈ, ਔਰ ਧਿਆਨ ਉਹਨਾਂ ਦੇ ਹੈ, ਸਾਰੀ ਚੀਜ਼ ਹੈ ਵੀ ਕਿਹੜਾ ਵਿਅਕਤੀ ਕਿਹੜੇ ਪਾਸੇ ਜਾ ਰਿਹਾ ਔਰ ਕੀ ਮਤਲਬ ਕਹਿ ਰਿਹਾ। ਅਗਰ ਕੋਈ ਗਿਲਾ ਸ਼ਿਕਵਾ ਹੈ ਜਾਂ ਕਿਸਾਨਾਂ ਦਾ ਮਸਲਾ ਹੈ ਜਾਂ ਕੁਝ ਵੀ ਹੈ, ਅਤੇ ਆਪਣੀ ਪਾਰਟੀ ਦੇ ਵਿੱਚ ਰਹਿ ਕੇ ਬੈਠ ਕੇ ਜੋ ਮਰਜ਼ੀ ਤੁਸੀਂ ਕਰ ਸਕਦੇ ਹੋ, ਲੇਕਿਨ ਓਪਨਲੀ ਪਬਲਿਕਲੀ ਉਹਨਾਂ ਨੂੰ ਵੀ ਪਤਾ ਹੈ ਕਿ ਮੈਂ ਆਪਣੇ ਬਾਰੇ, ਮੇਰਾ ਨਹੀਂ ਵੀ ਉਹਨਾਂ ਨਾਲ ਅਗਰ ਬਣਦੀ ਰਹੀ ਤਾਂ ਮੈਂ ਕਦੀ ਓਪਨਲੀ ਮਤਲਬ ਕੋਈ ਇੱਕ ਸਟੇਟਮੈਂਟ ਮੇਰੀ ਕੋਈ ਨਹੀਂ ਢੂੰਡ ਕੇ ਲਿਆ ਸਕਦਾ ਕਿ ਮੈਂ ਓਪਨਲੀ ਕਿਸੇ ਵੀ ਜਗ੍ਹਾ ਦੇ ਪਬਲਿਕ ਪਲੇਸ ਦੇ ਉੱਤੇ ਉਸ ਦੀ ਕਦੀ ਵੀ ਨਿੰਦਿਆ ਵੀ ਕੀਤੀ ਹੋਵੇ। ਆਪਾਂ ਗੱਲਬਾਤ ਕਰ ਰਹੇ ਸੀਗੇ ਸ਼੍ਰੀ ਬਖਸ਼ੀ ਰਾਮ ਅਰੋੜਾ ਜੀ ਦੇ ਨਾਲ, ਜਿਨ੍ਹਾਂ ਦੀ ਉਮਰ ਕਰੀਬ ਇਸ ਵੇਲੇ 80 ਸਾਲ ਦੇ ਕਰੀਬ ਹੈ, ਔਰ ਪਾਰਟੀ ਦੇ ਨਾਲ ਜੁੜਿਆ ਇਹਨਾਂ ਨੂੰ ਕਰੀਬ 65 ਸਾਲ ਜਿਹੜੇ ਉਹ ਹੋ ਚੁੱਕੇ ਨੇ। ਹਰ ਅਹੁਦੇ 'ਤੇ ਇਹਨਾਂ ਨੇ ਪਾਰਟੀ ਦਾ ਆਨੰਦ ਮਾਣਿਆ, ਪਾਰਟੀ ਦੀ ਸੇਵਾ ਕੀਤੀ ਹੈ। ਇਹਨਾਂ ਨਾਲ ਆਪਾਂ ਗੱਲ ਕੀਤੀ ਸੀਗੀ। ਆਜ਼ਾਦ ਇੰਡੀਆ 24 ਨਿਊਜ਼ ਤੋਂ ਅਰਵਿੰਦਰ ਬੜੈਚ, ਕੈਮਰਾਮੈਨ ਕੁਲਦੀਪ ਦੇ ਨਾਲ।